ਹਾਈਕੋਰਟ ਨੇ ਪੰਜਾਬ ਦੇ ਬਾਰਡਰ ਇਲਾਕਿਆਂ 'ਚ ਹਰ ਤਰ੍ਹਾਂ ਦੀ ਮਾਈਨਿੰਗ ਤੇ ਲਗਾਈ ਰੋਕ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ, ਕਿਹਾ ਨਾਜਾਇਜ਼ ਮਾਈਨਿੰਗ ਖਿਲਾਫ ਹੱਥ ਤੇ ਹੱਥ ਧਰ ਕੇ ਬੈਠੀ ਹੈ ਸਰਕਾਰ। ਦੇਸ਼ ਦੀ ਸੁਰੱਖਿਆ ਤੋਂ ਅਹਿਮ ਹੋਰ ਕੁਝ ਨਹੀਂ। ਗੈਂਗਸਟਰ ਗੋਲਡੀ ਬਰਾੜ ਦੀ ਜੇਲ੍ਹ ਮੰਤਰੀ ਹਰਜੋਤ ਬੈਂਸ ਤੇ ਡੀਜੀਪੀ ਨੂੰ ਗਿੱਦੜ ਧਮਕੀ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੱਡੀ ਵਾਰਦਾਤ ਕਰਨ ਦੀ ਦਿੱਤੀ ਧਮਕੀ। ਕਿਹਾ ਬਠਿੰਡਾ ਜੇਲ੍ਹ 'ਚ ਬੰਦ ਸਾਡੇ ਲੋਕਾਂ ਨਾਲ ਕੀਤੀ ਜਾ ਰਹੀ ਕੁੱਟਮਾਰ। ਪਾਕਿਸਤਾਨ ਤੋਂ ਦਹਿਸ਼ਤਗਰਦ ਰਿੰਦਾ ਦੀ ਪੰਜਾਬ ਪੁਲਿਸ ਨੂੰ ਗਿੱਦੜ ਧਮਕੀ। ਰਿੰਦੇ ਨੇ ਪੰਜਾਬ ਪੁਲਿਸ ਨੂੰ ਭੇਜਿਆ ਧਮਕੀ ਭਰਿਆ ਈਮੇਲ। ਨਤੀਜੇ ਭੁਗਤਣ ਦੀ ਦਿੱਤੀ ਧਮਕੀ। ਮੁਹਾਲੀ ਪੁਲਿਸ ਨੂੰ ਇੱਕ ਹੋਰ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮਿਲੀ ਕਸਟਡੀ। ਖਰੜ ਕੋਰਟ 'ਚ ਕੀਤਾ ਜਾ ਰਿਹਾ ਪੇਸ਼। ਰਿਮਾਂਡ ਦੀ ਮੰਗ ਕਰੇਗੀ ਪੁਲਿਸ। ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਦੇ 2 ਗੁੱਟਾਂ ਵਿਚਾਲੇ ਖੂਨੀ ਝੜਪ। ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ। 2 ਹਵਾਲਾਤੀਆਂ ਦੀ ਹਾਲਤ ਗੰਭੀਰ। ਦਿੱਲੀ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਰੋਸੇ ਦਾ ਮਤਾ ਪੇਸ਼। ਕੇਜਰੀਵਾਲ ਦਾ ਕੇਂਦਰ ਤੇ ਵੱਡਾ ਹਮਲਾ। ਕਿਹਾ 3 ਸਾਲਾਂ 'ਚ ਭਾਜਪਾ ਨੇ ਆਪਰੇਸ਼ਨ ਲੋਟਸ 'ਚ ਖਰਚੇ ਕਰੋੜਾਂ ਰੁਪਏ। ਦਿੱਲੀ 'ਚ ਫੇਲ ਹੋਇਆ ਆਪਰੇਸ਼ਨ ਲੋਟਸ। ਪੰਜਾਬ ਕਾਂਗਰਸ 'ਚ ਹੋਰ ਤੇਜ਼ ਹੋਇਆ ਘਮਸਾਨ। ਵੜਿੰਗ ਦੇ ਧਰਨੇ ਤੇ ਸਵਾਲ ਚੁੱਕਣ ਤੇ ਖਹਿਰਾ ਤੋਂ ਹਾਈਕਮਾਨ ਨਾਰਾਜ਼। ਇੰਚਾਰਜ ਹਰੀਸ਼ ਚੌਧਰੀ ਨੇ ਖਹਿਰਾ ਤੋਂ ਮੰਗਿਆ ਜਵਾਬ। ਆਮ ਆਦਮੀ ਪਾਰਟੀ ਦੇ ਸਾਬਕਾ ਐਮਐਲਏ ਅਮਰਜੀਤ ਸੰਦੋਆ ਤੱਕ ਪਹੁੰਚਿਆ ਜੰਗਲਾਤ ਘੁਟਾਲੇ ਦਾ ਸੇਕ। ਸੰਦੋਆ ਦੁਆਰਾ ਵਰਤੀ ਜਾਂਦੀ ਕਾਰ ਸ਼ੱਕ ਦੇ ਘੇਰੇ 'ਚ। ਕਾਰ ਦੀ ਰਜਿਸਟ੍ਰੇਸ਼ਨ ਜ਼ਬਤ। ਹੁਣ ਭਾਰਤ ਤੋਂ ਹੀ ਹੋ ਸਕਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ। ਕੇਂਦਰ ਸਰਕਾਰ ਵੱਲੋਂ ਸਰਹੱਦ ਤੇ ਬਣਾਇਆ ਜਾਵੇਗਾ ਦਰਸ਼ਨੀ ਸਥਾਨ। ਇੱਕ ਸਮੇਂ ਦੇ ਵਿੱਚ 450 ਲੋਕ ਕਰ ਸਕਣਗੇ ਦੀਦਾਰ। ਅੱਜ ਖੇਡ ਦੇ ਮੈਦਾਨ 'ਚ ਉਤਰਨਗੇ ਸੀਐਮ ਮਾਨ। ਖੇਡ ਮੇਲੇ ਦੀ ਸ਼ੁਰੂਆਤ ਮੌਕੇ ਜਲੰਧਰ ਟੀਮ ਵੱਲੋਂ ਖੇਡਣਗੇ ਵਾਲੀਬਾਲ ਮੈਚ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਨਾਲ। ਸਰਹੱਦੀ ਇਲਾਕਿਆਂ ਦੇ ਵਿੱਚ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ। ਹਾਈਕੋਰਟ ਨੇ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾਈ ਹੈ, ਭਾਵੇਂ ਜਾਇਜ਼ ਹੋਵੇ ਭਾਵੇਂ ਨਾਜਾਇਜ਼ ਹੋਵੇ। ਜਾਇਜ਼ ਮਾਈਨਿੰਗ ਤੇ ਵੀ ਰੋਕ ਲਗਾ ਦਿੱਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਮਾਈਨਿੰਗ ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਹੈ। ਪਠਾਨਕੋਟ ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ 'ਚ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ। ਕਿਹਾ ਕਿ ਪੰਜਾਬ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਹੈ। ਹਾਈਕੋਰਟ ਪੰਜਾਬ ਸਰਕਾਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ, ਜਿਸ ਤੋਂ ਬਾਅਦ ਫਟਕਾਰ ਲਗਾਈ ਗਈ। ਹਾਈਕੋਰਟ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਤੋਂ ਅਹਿਮ ਹੋਰ ਕੁਝ ਨਹੀਂ। ਪੰਜਾਬ ਦੇ ਅਫਸਰ ਕੀ ਕਰ ਰਹੇ ਨੇ, ਇੰਨੇ ਗੰਭੀਰ ਮੁੱਦੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ। ਸੁਣਵਾਈ ਦੌਰਾਨ ਹਾਈਕੋਰਟ ਨੇ ਮਾਈਨਿੰਗ ਕਾਰਨ ਡਿੱਗੇ ਪਠਾਨਕੋਟ ਚੱਕੀ ਦਰਿਆ ਤੇ ਬਣੇ ਰੇਲਵੇ ਬ੍ਰਿਜ ਤੇ ਵੀ ਚਰਚਾ ਕੀਤੀ। ਪਿਛਲੀ ਸੁਣਵਾਈ ਦੇ ਵਿੱਚ ਬੀਐਸਐਫ ਨੇ ਹਾਈਕੋਰਟ ਜਵਾਬ ਦਾਖਲ ਕੀਤਾ ਸੀ ਤੇ ਆਪਣੇ ਜਵਾਬ 'ਚ ਬੀਐਸਐਫ ਨੇ ਮਾਈਨਿੰਗ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਸੀ। ਕਿਹਾ ਸੀ ਕਿ ਸਰਹੱਦ ਤੇ ਦਿਨ ਰਾਤ ਨਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ। ਉਮੇਸ਼, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਦੇਖੋ ਅਰਸ਼ੀ, ਇਹ ਇਸ਼ੂ ਜਦੋਂ ਆਇਆ ਸੀਗਾ ਉਸ ਟਾਈਮ ਗਰਮਾ ਗਿਆ ਸੀਗਾ, ਜਦੋਂ ਯਾਦ ਹੋਣਾ ਪਿਛਲੀ ਸੁਣਵਾਈ ਵਿੱਚ ਕਿ ਪਟੀਸ਼ਨ ਦੇ ਵਕੀਲ ਜਿਹੜੇ ਪਟੀਸ਼ਨ ਕਰਤਾ ਨੇ ਉਹਦੇ ਵਕੀਲਾਂ ਵੱਲੋਂ ਇੱਕ ਸਵਾਲ ਚੁੱਕਿਆ ਗਿਆ ਸੀਗਾ ਕਿਉਂਕਿ ਕਿਆ ਇਹ ਇਲੀਗਲ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦੀ ਹੈ। ਉਸ ਤੋਂ ਬਾਅਦ ਬੀਐਸਐਫ ਤੋਂ ਤੇ ਆਰਮੀ ਤੋਂ ਰਿਪੋਰਟ ਮੰਗਵਾਈ ਗਈ ਸੀਗੀ, ਜਿਹਦੇ ਵਿੱਚ ਬੀਐਸਐਫ ਦੀ ਰਿਪੋਰਟ ਸਾਫ਼ ਇਸ਼ਾਰਾ ਕਰਦੀ ਸੀ ਔਰ ਬੀਐਸਐਫ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕਿਹਾ ਕਿ ਜੀ ਬਿਲਕੁਲ ਇਲੀਗਲ ਮਾਈਨਿੰਗ ਬਿਲਕੁਲ ਖਤਰਾ ਹੋ ਸਕਦੀ ਨਹੀਂ, ਕਿ ਖਤਰਾ ਪੈਦਾ ਕਰ ਰਹੀ ਹੈ। ਇੰਨੀ ਇਲੀਗਲ ਮਾਈਨਿੰਗ ਹੋ ਰਹੀ ਹੈ ਕਿ ਸਾਡੇ ਕੰਟਰੋਲ ਤੋਂ ਬਾਹਰ ਹੈ। ਦਿਨ ਰਾਤ ਕਈ ਵਾਰ ਇੱਥੇ ਇਲੀਗਲ ਮਾਈਨਿੰਗ ਚੱਲਦੀ ਹੈ। ਤੇ ਹੁਣੇ ਕੁਝ ਦੇਰ ਪਹਿਲਾਂ ਕੋਰਟ ਵਿੱਚ ਪੰਜਾਬ ਸਰਕਾਰ ਨੂੰ, ਵਕੀਲ ਨੂੰ ਵੀ ਨਾਰਾਜ਼ਗੀ ਜਤਾਈ ਹਾਈ ਕੋਰਟ ਨੇ ਕਿ ਜਿਹੜਾ ਬੀਐਸਐਫ ਦਾ ਜਵਾਬ ਹੈ ਔਰ ਤੁਹਾਡਾ ਜਵਾਬ ਹੈ, ਯਾਨੀ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਵਕੀਲ ਵੱਲੋਂ ਜਵਾਬ ਦਿੱਤਾ ਗਿਆ, ਉਹਦੇ ਵਿੱਚ ਕੁਝ ਯਤਨ ਤੁਸੀਂ ਕਰਦੇ ਦਿਖਾਈ ਨਹੀਂ ਦਿੰਦੇ। ਤੁਸੀਂ ਇਸ ਲੈ ਕੇ ਸ਼ਾਇਦ ਉਹਨਾਂ ਤੁਹਾਨੂੰ ਲੱਗਦਾ ਕਿ ਇੰਨਾ ਸੀਰੀਅਸ ਇਸ਼ੂ ਨਹੀਂ ਹੈ, ਜਦਕਿ ਬੀਐਸਐਫ ਤੇ ਆਰਮੀ ਆਪਣੀ ਰਿਪੋਰਟ ਵਿੱਚ ਸਾਫ਼ ਇਸ਼ਾਰਾ ਕਰ ਰਹੇ ਨੇ। ਇਸ ਕਰਕੇ ਕੋਰਟ ਨੇ ਕੜਾ ਰੁਖ ਅਪਣਾਉਂਦੇ ਹੋਏ ਪਠਾਨਕੋਟ, ਗੁਰਦਾਸਪੁਰ ਤੇ ਆਸ-ਪਾਸ ਦਾ ਜਿਹੜਾ ਏਰੀਆ ਲੱਗਦਾ ਹੈ, ਯਾਨੀ ਕਿ ਰਿਵਰ ਬੈਡ ਤੇ ਏਰੀਆ ਲੱਗਦਾ ਜਿਹਨੂੰ ਕਹਿੰਦੇ ਰਿਵਰ ਦਾ, ਨਦੀ ਦਾ ਕਿਨਾਰਾ ਜਿਹੜਾ ਕੰਢਾ, ਉਸ ਸਾਰੇ ਏਰੀਏ ਤੇ ਜਿਹੜੀ ਲੀਗਲ ਤੇ ਇਲੀਗਲ ਮਾਈਨਿੰਗ ਜਿਹੜੀ ਵੀ ਹੈ ਸਾਫ਼ ਕਹਿਤਾ ਕਿ ਰੋਕ ਲਾ ਰਹੇ ਹਾਂ ਅਸੀਂ ਔਰ ਇਹਨੂੰ ਤੁਸੀਂ ਰੋਕੋ, ਕਿਉਂਕਿ ਇਹ ਕਿਤੇ ਨਾ ਕਿਤੇ ਐਂਟਰੀ ਪੁਆਇੰਟ ਹੋ ਸਕਦਾ ਹੈ ਟੈਰਰਿਜ਼ਮ ਦਾ, ਡਰੱਗਸ ਦਾ, ਸਮਗਲਿੰਗ ਦਾ। ਔਰ ਕੋਰਟ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਸਾਫ਼ ਕਿਹਾ ਕਿ ਤੁਸੀਂ ਇਸ ਚੀਜ਼ ਨੂੰ ਲੈ ਕੇ ਸੀਰੀਅਸ ਕੰਸਰਨ ਤੁਹਾਡਾ ਲੱਗ ਨਹੀਂ ਰਿਹਾ, ਔਰ ਜਦਕਿ ਬਹੁਤ ਵੱਡਾ ਇਸ਼ੂ ਹੈ ਕਿ ਜਦੋਂ ਇੰਨਾ ਕੁਝ ਕੰਸਰਨ ਹੋ ਰਿਹਾ ਹੋਏ ਕਿ ਇਸ ਕੰਟਰੀ ਨੂੰ ਲੈ ਕੇ ਕਿ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ, ਤਾਂ ਤੁਸੀਂ ਇਸ ਚੀਜ਼ ਤੇ ਕੰਸਰਨ ਆਪਣਾ ਸ਼ੋਅ ਕਰੋ। ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਕਿਹਾ ਗਿਆ ਜੀ ਚੀਫ ਸੈਕਟਰੀ ਨੇ ਦੌਰਾ ਕੀਤਾ ਸੀ ਔਰ ਪ੍ਰੋਪਰ ਇੱਥੇ ਮੀਟਿੰਗ ਹੋਈ ਸੀ।
ਔਰ ਅਸੀਂ ਵੀ ਕੰਸਰਨ ਆ ਕਿਉਂਕਿ ਬਾਰਡਰ ਏਰੀਆ ਸਟੇਟ ਹੈ ਸਾਡਾ, ਲੇਕਿਨ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਇੰਨਾ ਕੰਸਰਨ ਹੈ ਤਾਂ ਤੁਹਾਡੇ ਐਫੀਡੇਵਿਟ 'ਚ ਉਹ ਚੀਜ਼ ਨਜ਼ਰ ਕਿਉਂ ਨਹੀਂ ਆ ਰਹੀ ਹੈ, ਤੁਹਾਡੇ ਜਵਾਬ 'ਚ ਉਹ ਚੀਜ਼ ਕੰਸਰਨ ਕਿਉਂ ਨਹੀਂ ਆ ਰਹੀ, ਕਿਉਂਕਿ ਪਹਿਲਾਂ ਵੀ ਕਰਸ਼ੀ ਮੈਂ ਯਾਦ ਕਰਾਂਦਾ ਇੱਕ ਆਰਡਰ ਹੋਇਆ ਸੀਗਾ ਕਿ ਜਿਹਦੇ ਵਿੱਚ ਮਾਨਸੂਨ ਦੇ ਸੀਜ਼ਨ ਵਿੱਚ ਲੀਗਲ ਮਾਈਨਿੰਗ ਵੀ ਬੰਦ ਕਰਨ ਦੇ ਔਰ ਇਲੀਗਲ ਤਾਂ ਖੈਰ ਬੰਦ ਕਰਨ ਦੇ ਆਰਡਰ ਪਹਿਲਾਂ ਹੀ ਕਿ ਇਲੀਗਲ ਤਾਂ ਖੈਰ ਇਲੀਗਲ ਹੀ ਹੈ ਕਿ ਮਾਨਸੂਨ 'ਚ ਵੀ ਇਹ ਬੰਦ ਹੋਣੀ ਚਾਹੀਦੀ ਹੈ। ਹੁਣ ਤਾਂ ਸਾਫ਼ ਹੀ ਕਰਤਾ ਕਿਸੇ ਵੀ ਤਰ੍ਹਾਂ ਦੀ ਲੀਗਲ ਵੀ ਤੇ ਇਲੀਗਲ ਇਹ ਰੋਕ ਲਾਓ ਔਰ ਸ਼ਾਇਦ 2 ਹਫ਼ਤਿਆਂ 'ਚ ਜਵਾਬ ਦੇਣਾ ਹੋਏਗਾ ਪੰਜਾਬ ਸਰਕਾਰ ਨੂੰ। ਜੀ 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 ਉਮੇਸ਼, ਜੁੜੇ ਰਹਿਣਾ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ, ਹਾਈ ਕੋਰਟ ਨੇ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ ਸਰਹੱਦੀ ਇਲਾਕਿਆਂ ਦੇ ਵਿੱਚ। ਪਠਾਨਕੋਟ, ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ 'ਚ ਰੋਕ ਲਗਾਈ ਗਈ ਹੈ। ਇਸ ਮਾਮਲੇ ਤੇ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਸਰਹੱਦੀ ਖੇਤਰਾਂ ਦੇ ਵਿੱਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਸੀ। ਕਿਹਾ ਸੀ ਕਿ ਇਹ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ, ਦਹਿਸ਼ਤਗਰਦਾਂ ਦੇ ਲਈ ਐਂਟਰੀ ਪੁਆਇੰਟ ਬਣ ਸਕਦਾ ਹੈ। ਜਿਸ ਤੋਂ ਬਾਅਦ BSF ਦੇ ਵੱਲੋਂ ਵੀ ਹਲਫਨਾਮਾ ਦਾਖਲ ਕੀਤਾ ਗਿਆ, ਪੰਜਾਬ ਸਰਕਾਰ ਦੇ ਵੱਲੋਂ ਵੀ ਹਲਫਨਾਮਾ ਦਾਖਲ ਕੀਤਾ ਗਿਆ। BSF ਨੇ ਚਿੰਤਾ ਜਤਾਈ ਤੇ BSF ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਬਹੁਤ ਸਾਰੇ ਜਿਹੜੀ ਮਾਈਨਿੰਗ ਹੈ ਉਹ ਦਿਨ ਰਾਤ ਚੱਲਦੀ ਹੈ ਸਰਹੱਦੀ ਇਲਾਕਿਆਂ ਦੇ ਵਿੱਚ। ਕੋਈ ਪੁਲਿਸ ਕੋਲ ਵੀ ਜਾਣਕਾਰੀ ਨਹੀਂ ਹੁੰਦੀ ਕਿ ਕੌਣ ਮਜ਼ਦੂਰ ਨੇ, ਕੌਣ ਲੋਕ ਉੱਥੇ ਆਉਂਦੇ ਜਾਂਦੇ ਨੇ। ਦਿਨ ਰਾਤ ਮਾਈਨਿੰਗ ਚੱਲਦੀ ਹੈ ਤਾਂ ਇਹ ਵੱਡਾ ਖਤਰਾ ਹੈ। ਪਿਛਲੀ ਸੁਣਵਾਈ ਦੇ ਦੌਰਾਨ ਇਹ BSF ਦੇ ਵੱਲੋਂ ਆਪਣੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ, ਜਿਸ ਤੋਂ ਬਾਅਦ ਹੁਣ ਅੱਜ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ ਸੁਣਵਾਈ ਦੇ ਦੌਰਾਨ ਤੇ ਬਹੁਤ ਸਾਰੇ ਸਵਾਲ ਵੀ ਕੀਤੇ ਨੇ। ਉਹਨਾਂ ਦੇ ਜਵਾਬ ਤੋਂ ਸੰਤੁਸ਼ਟ ਹਾਈ ਕੋਰਟ ਨਹੀਂ ਸੀ। ਹਾਈ ਕੋਰਟ ਨੇ ਬਾਰਡਰ ਤੇ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ। ਉਮੇਸ਼, ਸਮਝਣਾ ਚਾਹਾਂਗੇ ਪੰਜਾਬ ਸਰਕਾਰ ਦੇ ਵੱਲੋਂ ਹਲਫਨਾਮੇ 'ਚ ਕੀ ਕੁਝ ਕਿਹਾ ਗਿਆ ਸੀ ਜਿਸ ਕਾਰਨ ਹਾਈ ਕੋਰਟ ਸੰਤੁਸ਼ਟ ਨਹੀਂ ਹੋਈ। ਦੇਖੋ ਅਰਸ਼ੂ, ਪੰਜਾਬ ਸਰਕਾਰ ਦੇ ਹਲਫਨਾਮੇ ਵਿੱਚ ਦੱਸਿਆ ਗਿਆ ਸੀਗਾ ਕਿ ਚੀਫ ਸੈਕਟਰੀ ਖੁਦ ਉੱਥੇ ਗਏ ਹੈ ਔਰ ਮੀਟਿੰਗਸ ਹੋਈ ਅਧਿਕਾਰੀਆਂ ਨਾਲ ਜਿਹੜੇ ਬਾਰਡਰ ਦੇ ਵੀ ਚਾਹੇ BSF ਦੇ ਆਫੀਸਰਸ ਹੋਣ ਔਰ ਚੀਫ ਸੈਕਟਰੀ ਖੁਦ ਪੰਜਾਬ ਦੇ ਉੱਥੇ ਗਏ ਸੀਗੇ ਔਰ ਕਿਹਾ ਵੀ ਅਸੀਂ ਕੰਸਰਨ ਸ਼ੋਅ ਕੀਤਾ ਔਰ ਤਾਂ ਹੀ ਉੱਥੇ ਗਏ ਸੀਗੇ ਜੇ ਸਾਨੂੰ ਲੱਗਿਆ ਮਤਲਬ ਸਾਡਾ ਕੰਸਰਨ ਇਹ ਨਾ ਹੋਏ ਕਿ ਅਸੀਂ ਬਿਲਕੁਲ ਕੰਸਰਨ ਨਹੀਂ ਹੈ, ਤਾਂ ਹੀ ਚੀਫ ਸੈਕਟਰੀ ਔਰ ਪੂਰੇ ਅਧਿਕਾਰੀ ਜਿਹੜੇ ਹੈ ਨਹੀਂ ਮਾਈਨਿੰਗ ਡਿਪਾਰਟਮੈਂਟ ਸਾਰੇ ਉੱਥੇ ਗਏ ਸੀਗੇ। ਲੇਕਿਨ ਕੋਰਟ ਸਿਰਫ ਇਸ ਗੱਲ ਤੇ ਬਿਫਰਿਆ ਕਿ ਤੁਹਾਡਾ ਜਿਹੜਾ ਜਵਾਬ ਹੈ ਉਹਦੇ ਵਿੱਚ ਰੋਕਣ ਦੇ ਉਪਾਅ ਕੀ ਹੈ, ਉਹਦੇ ਵਿੱਚ ਤੁਹਾਡਾ ਕੋਈ ਜ਼ਿਆਦਾ ਅਸੀਂ ਉਸ ਚੀਜ਼ ਨੂੰ ਲੈ ਕੇ ਅਸੀਂ ਸੈਟੀਸਫਾਈ ਨਹੀਂ ਹਾਂ ਵੀ ਠੀਕ ਹੈ ਮਾਈਨਿੰਗ ਹੋ ਰਹੀ ਹੈ ਚੱਲ ਰਹੀ ਹੈ ਲੇਕਿਨ ਉਹ ਰੋਕੋਗੇ ਕਿਵੇਂ, ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਜਦੋਂ ਇਸ਼ੂ ਰੇਜ਼ ਕਰ ਰਹੇ ਹਾਂ ਤਾਂ ਤੁਹਾਨੂੰ ਨੈਸ਼ਨਲ ਸਿਕਿਉਰਿਟੀ ਦਾ ਜਦੋਂ ਇਸ਼ੂ ਆ ਜਾਂਦਾ ਤਾਂ ਉਸ ਲੈਵਲ ਦਾ ਤੁਹਾਡਾ ਜਵਾਬ ਹੋਣਾ ਚਾਹੀਦਾ ਵੀ ਰੋਕਣ ਲਈ ਕੀ ਹੈ, ਕਿੰਨੇ ਕੁ ਤੁਸੀਂ ਉਹ ਕਰ ਰਹੇ। ਹਾਲਾਂਕਿ ਪਹਿਲਾਂ ਐਫੀਡੇਵਿਟ ਦਿੱਤਾ ਸੀਗਾ ਇਸ ਤੋਂ ਪਿਛਲੀ ਸੁਣਵਾਈ ਵਿੱਚ ਕਿ ਇੰਨੇ ਅਸੀਂ ਡੰਪਰ ਜ਼ਬਤ ਕੀਤੇ, ਇੰਨੇ ਕੇਸ ਕੀਤੇ, ਇੰਨੇ FIR ਕੀਤੀ, ਲੇਕਿਨ BSF ਔਰ ਆਰਮੀ ਦੀ ਰਿਪੋਰਟ ਜਦੋਂ ਦੱਸਦੀ ਹੈ ਕਿ ਹਾਂ ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਬਣ ਚੁੱਕਿਆ ਹੈ ਔਰ ਲਗਾਤਾਰ ਚੱਲ ਰਹੀ ਹੈ ਔਰ ਕਿਤੇ ਨਾ ਕਿਤੇ ਪੈਟਰਨ ਯਾਨੀ ਕਿ ਇਹਨੂੰ ਕੋਈ ਸ਼ੈ ਮਿਲ ਰਹੀ ਹੈ, ਕੁਝ ਕੋਰਟ ਦਾ ਕਿਤੇ ਨਾ ਕਿਤੇ ਇਸ਼ਾਰਾ ਇਹ ਸੀਗਾ ਵੀ ਇਹ ਸ਼ੈ ਤੇ ਕਿਸੇ ਨਾ ਕਿਸੇ ਸ਼ੈ ਤੇ ਹੋ ਰਿਹਾ ਤਾਂ ਹੀ ਕਰਕੇ ਇਹ ਰੁਕ ਨਹੀਂ ਰਹੀ ਹੈ। ਇਸ ਕਰਕੇ ਤੁਸੀਂ ਰੋਕਣ ਲਈ ਕੋਈ ਏਦਾਂ ਦਾ ਜਵਾਬ ਤੁਹਾਡੇ ਐਫੀਡੇਵਿਟ ਵਿੱਚ ਨਹੀਂ ਸੀਗਾ ਜਿਹਨੂੰ ਅਸੀਂ ਕਹਿ ਸਕੀਏ, ਇਸ ਕਰਕੇ ਕੋਰਟ ਥੋੜਾ ਜਿਹਾ ਨਾਰਾਜ਼ ਹੋਇਆ। ਜੀ ਸ਼ੁਕਰੀਆ ਉਮੇਸ਼ ਪੂਰੀ ਜਾਣਕਾਰੀ ਦੇ ਲਈ। ਤਾਂ ਵੱਡੀ ਖਬਰ ਹੈ ਇਹ, ਸਰਹੱਦੀ ਇਲਾਕਿਆਂ ਦੇ ਵਿੱਚ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ। ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ ਤੇ ਇਸ ਨੂੰ ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਕਰਾਰ ਦਿੱਤਾ ਹੈ। ਹਾਈ ਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ BSF ਨੇ ਖਦਸ਼ੇ ਜ਼ਾਹਰ ਕੀਤੇ ਸੀ। BSF ਦੇ ਵੱਲੋਂ ਆਪਣੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਸਰਹੱਦੀ ਇਲਾਕਿਆਂ 'ਚ ਦਿਨ ਰਾਤ ਮਾਈਨਿੰਗ ਹੁੰਦੀ ਹੈ ਜੋ ਕਿ ਦਹਿਸ਼ਤਗਰਦਾਂ ਦੇ ਲਈ ਐਂਟਰੀ ਪੁਆਇੰਟ ਵੀ ਬਣ ਸਕਦੀ ਹੈ, ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਹੈ। ਤਾਂ ਅੱਜ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਗਿਆ ਸੀ ਲੇਕਿਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਫਟਕਾਰ ਲਗਾਈ ਹੈ। ਕਿਹਾ ਹੈ ਕਿ ਪੰਜਾਬ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਹੈ। ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ। ਬਾਰਡਰ ਏਰੀਆਜ਼ ਦੇ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ। ਦੇਖੋ ਅੱਜ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਸੀਨੀਅਰ ਆਫੀਸਰ ਸਾਹਿਬਾਨ ਸੀਗੇ ਔਰ ਪੰਜਾਬ ਦੇ ਕੁਝ ਕੋਲੋਨਾਈਜ਼ਰਸ ਔਰ ਉਹਨਾਂ ਦੀ ਐਸੋਸੀਏਸ਼ਨ ਦੇ ਸਾਥੀ ਸੀਗੇ। 2-3 ਇਸ਼ੂ ਸੀਗੇ ਜਿਹੜੇ ਰਜਿਸਟਰੀਆਂ ਰੁਕੀਆਂ ਪਈਆਂ ਨੇ, ਇੱਕ ਤਾਂ ਜਿਹੜੇ NOCs ਦੀ ਵਜ੍ਹਾ ਕਰਕੇ ਔਰ ਇੱਕ ਜਿਹੜੇ ਕੋਈ ਕਲੈਕਟਰੇਟਸ ਦਾ ਇਸ਼ੂ ਸੀਗਾ ਉਹਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨ ਹੈ ਜਿਹੜੀ ਉਹ ਹੋਈ ਹੈ ਔਰ ਬੜੀ ਜਲਦੀ ਹੀ ਕਿਉਂਕਿ ਇਹ ਸਾਰੀ ਪ੍ਰੋਬਲਮ ਇਸ ਕਰਕੇ ਆਈ ਹੈ ਪੰਜਾਬ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲੰਬਾ ਸਮਾਂ ਪਿਛਲੀਆਂ ਸਰਕਾਰਾਂ ਨੇ ਜਿਹੜੇ ਆਥੋਰਾਈਜ਼ਡ ਕਲੋਨੀਆਂ ਸੀਗੀਆਂ, 1 ਨੰਬਰ ਦਾ ਕੰਮ ਕਰਨ ਵਾਲੇ, 1 ਨੰਬਰ ਦੀ ਸਾਫ਼ ਸੁਥਰੀ ਡਿਵੈਲਪਮੈਂਟ ਕਰਨ ਵਾਲੇ ਜਿਹੜੇ ਕੋਲੋਨਾਈਜ਼ਰ ਸੀਗੇ, ਸਰਕਾਰ ਨੇ ਉਹਨਾਂ ਨੂੰ ਸਨੱਬ ਕੀਤਾ ਤੇ ਉਹਨਾਂ ਨੂੰ ਧੱਕਿਆ ਗਿਆ ਅਨਆਥੋਰਾਈਜ਼ਡ ਇਲੀਗਲ ਕਲੋਨੀਆਂ ਦੇ ਵੱਲ
क्योंकि समय ਦੀਆਂ ਸਰਕਾਰਾਂ ਦੇ ਲੀਡਰ ਸਿਆਸੀ ਲੋਕ ਉਹਨਾਂ ਦੇ ਆਪਣੇ ਇੰਟਰਸਟ ਨੇ ਜਿਹੜੇ ਉਹ ਇਸ ਧੰਦੇ ਦੇ ਵਿੱਚ ਬਣ ਚੁੱਕੇ ਸੀਗੇ, ਜਿਹਦੀ ਵਜ੍ਹਾ ਕਰਕੇ ਅੱਜ ਹਾਲਾਤ ਇਹ ਬਣੇ ਪਏ ਨੇ ਪੰਜਾਬ ਦੇ ਵਿੱਚ ਕਿ 14,000 ਅਨਆਥੋਰਾਈਜ਼ਡ ਕਾਲੋਨੀਜ਼ ਨੇ ਜਿਹੜੀਆਂ ਉਹ ਬਣ ਗਈਆਂ। ਇੱਕ ਕੰਕਰੀਟ ਅਨਰੈਗੂਲੇਟਡ ਜੰਗਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਖੜਾ ਹੋ ਗਿਆ। ਕਈ ਜਗ੍ਹਾ ਤੇ ਤਾਂ ਇਹੋ ਜਿਹਾ ਵੀ ਦੇਖਣ ਨੂੰ ਮਿਲਿਆ ਕਿ ਜਿੱਥੇ ਕਿਤੇ ਕੋਈ ਫਾਇਰ ਟ੍ਰੈਜਡੀ ਉੱਥੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਡਿਟੇਲਡ ਡਿਸਕਸ਼ਨ ਹੈ ਜਿਹੜੀ ਉਹ ਪਹਿਲਾਂ ਵੀ ਸੀਐਮ ਸਾਹਿਬ ਦੇ ਆਦੇਸ਼ਾਂ ਮੁਤਾਬਕ ਪਹਿਲਾਂ ਵੀ ਸਾਡੇ ਤਿੰਨੇ ਡਿਪਾਰਟਮੈਂਟ, ਸਾਡਾ ਹਾਊਸਿੰਗ ਦਾ ਡਿਪਾਰਟਮੈਂਟ, ਲੋਕਲ ਗਵਰਨਮੈਂਟ ਔਰ ਰੈਵਨਿਊ, ਉਹਦੇ ਉੱਪਰ ਡਿਟੇਲ ਡੈਲੀਬਰੇਸ਼ਨ ਜਿਹੜੀਆਂ ਉਹ ਕਰ ਚੁੱਕੇ ਨੇ। ਸੀਐਮ ਸਾਹਿਬ ਔਰ ਪੰਜਾਬ ਸਰਕਾਰ ਬੜੀ ਚਿੰਤਿਤ ਹੈ ਇਸ ਮਸਲੇ ਨੂੰ ਲੈ ਕੇ, ਕਿਉਂਕਿ ਇੰਨਾ ਕੁ ਮੈਸਅਪ ਔਰ ਇੰਨਾ ਕੁ ਗੁੰਝਲਦਾਰ ਪਿਛਲੇ ਸਮੇਂ ਦੇ ਵਿੱਚ ਸਿਆਸੀ ਲੀਡਰਾਂ ਨੇ ਕਰ ਦਿੱਤਾ ਕਿ ਉਹਨਾਂ ਨੂੰ ਔਰ ਫਿਰ ਉਸ ਤੋਂ ਇਲਾਵਾ ਟੂ ਐਡ ਟੂ ਇਟ ਜਿਹੜੇ ਹਾਈ ਕੋਰਟ ਦੀਆਂ ਵੀ ਡਾਇਰੈਕਸ਼ਨਸ ਆਈਆਂ, ਜਿਹਦੀ ਵਜ੍ਹਾ ਕਰਕੇ ਇਹ ਜਿਹੜਾ ਰਜਿਸਟਰੀਆਂ ਦਾ ਕੰਮ ਸੀਗਾ ਉਹ ਰੁਕਿਆ। ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਪਾਲਿਸੀਜ਼ ਆਈਆਂ ਉਹ ਸਿੱਧਾ ਪਾਪਰਾ ਐਕਟ 1995 ਦਾ ਉਹਦਾ ਸਿੱਧਾ ਉਲੰਘਣਾ ਸੀਗਾ, ਜਿਹਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਜੀ ਦੀ ਸਰਕਾਰ ਨੂੰ ਮਜਬੂਰਨ ਇਹ ਜਿਹੜਾ ਫੈਸਲਾ ਲੈਣਾ ਪਿਆ, ਜਿਹਦੀ ਵਜ੍ਹਾ ਕਰਕੇ ਅੱਜ ਜਿਹੜਾ ਐਨਓਸੀਜ਼ ਦਾ ਰਜਿਸਟਰੀਆਂ ਦਾ ਕੰਮ ਹੈ ਜਿਹੜਾ ਉਹ ਰੁਕਿਆ। ਪਰ ਬੜੀ ਜਲਦੀ ਹੀ ਮਾਨ ਸਾਹਿਬ ਦੇ ਆਦੇਸ਼ਾਂ ਮੁਤਾਬਕ ਬੜੀ ਜਲਦੀ ਹੀ ਇੱਕ ਕੰਪਰੀਹੈਂਸਿਵ ਪਾਲਿਸੀ ਹੈ ਜਿਹੜੀ ਉਹ ਸਰਕਾਰ ਲੈ ਕੇ ਆਏਗੀ, ਜਿਹਦੇ ਤਹਿਤ ਇਲੀਗਲ ਅਨਆਥੋਰਾਈਜ਼ਡ ਕਾਲੋਨੀਆਂ ਜਿਹੜੀਆਂ ਉਹਨਾਂ ਨੂੰ ਅੱਗੇ ਵਾਸਤੇ ਪੰਜਾਬ ਦੇ ਵਿੱਚ ਡਿਵੈਲਪ ਨਹੀਂ ਹੋਣ ਦਿੱਤਾ ਜਾਊਗਾ। ਆਥੋਰਾਈਜ਼ਡ ਕਾਲੋਨੀਆਂ ਨੂੰ ਇਸ ਤਰੀਕੇ ਦੇ ਨਾਲ ਫੈਸਿਲਿਟੇਟ ਕੀਤਾ ਜਾਊਗਾ, ਇਸ ਤਰੀਕੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ, ਮਦਦ ਕੀਤੀ ਜਾਊਗੀ, ਉਹਨਾਂ ਦਾ ਸਿਸਟਮ ਇਹਨਾਂ ਟਰਾਂਸਪੇਰੈਂਟ ਤੇ ਸੁਖਾਲਾ ਕੀਤਾ ਜਾਊਗਾ ਤਾਂ ਕਿ ਉਹਨਾਂ ਨੂੰ ਘਰ ਬੈਠੇ ਨੂੰ ਸਾਰੀਆਂ ਪਰਮਿਸ਼ਨਸ ਮਿਲਣ ਤੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਅਰਬਨ ਡਿਵੈਲਪਮੈਂਟ ਹੈ ਜਿਹੜੀ ਉਹ ਹੋਵੇ। ਇੱਕ ਇਹ ਔਰ ਦੂਸਰਾ ਜਿਹੜਾ ਕੁਝ ਸਾਡੇ ਸਾਥੀ ਆਏ ਸੀ ਕਿ ਜਿਨ੍ਹਾਂ ਨੇ ਸਰਕਲ ਰੇਟ ਨੇ ਜਿਹੜੇ ਉਹਨਾਂ ਦੀ ਗੱਲ ਕੀਤੀ ਹੈ, ਉਹਦੇ ਬਾਰੇ ਉਹਨਾਂ ਦੀ ਗੱਲ ਹੈ ਜਿਹੜੀ ਉਹ ਅਸੀਂ ਸੁਣ ਲਈ ਹੈ ਤੇ ਸੀਐਮ ਸਾਹਿਬ ਨਾਲ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ, ਵੈਸੇ ਕੰਮ ਉਹ ਰੈਵਨਿਊ ਡਿਪਾਰਟਮੈਂਟ ਦਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਸੀਐਮ ਸਾਹਿਬ ਦੇ ਨਾਲ ਉਹਦੇ ਬਾਰੇ ਵੀ ਜਲਦੀ ਫੈਸਲਾ ਜਿਹੜਾ ਉਹ ਲਿਆ ਜਾਏਗਾ। ਇਹ ਜਿਹੜਾ ਇਸ਼ੂ ਹੈ ਇਹ ਬੇਸਿਕਲੀ ਡਿਪਟੀ ਕਮਿਸ਼ਨਰਸ ਦਾ ਕਲੈਕਟਰਸ ਦਾ ਹੁੰਦਾ, ਪਰ ਇਹ ਵੀ ਜਿਹੜਾ ਉਹਨਾਂ ਦੀ ਕੋਈ ਪ੍ਰੋਬਲਮ ਆਈ ਹੈ ਇਹਦੇ ਬਾਰੇ ਸੀਐਮ ਸਾਹਿਬ ਨਾਲ ਚਰਚਾ ਕਰਕੇ ਅਸੀਂ ਪੰਜਾਬ ਸਰਕਾਰ, ਭਗਵੰਤ ਮਾਨ ਜੀ ਸਰਕਾਰ ਦੀ ਵਿਜ਼ਨ ਹੈ ਜਿਹੜੀ ਉਹ ਬੜੀ ਕਲੀਅਰ ਹੈ ਕਿ ਆਮ ਲੋਕ ਨੇ ਜਿਹੜੇ ਆਪਣੇ ਕਿਹਾ ਜਾਂਦਾ ਹੈ ਕਿ ਘਰ ਤਾਂ ਸਾਰੀ ਜ਼ਿੰਦਗੀ 'ਚ ਇੱਕ ਵਾਰੀ ਬੜੀ ਮੁਸ਼ਕਿਲ ਨਾਲ ਬਣਦਾ ਹੈ ਜੀ। ਨਾ ਸਰਕਾਰ ਵੱਲੋਂ, ਨਾ ਕਲੋਨਾਈਜ਼ਰ ਵੱਲੋਂ, ਨਾ ਕਿਸੇ ਦਫ਼ਤਰ ਜਾਂ ਅਧਿਕਾਰੀ ਵੱਲੋਂ ਕਿਸੇ ਤਰੀਕੇ ਦੀ ਦਿੱਕਤ ਨਾ ਰਹੇ ਐਂਡ ਯੂਜ਼ਰ ਨੂੰ। ਤੇ ਜਦੋਂ ਉਹਨਾਂ ਨੂੰ ਨਹੀਂ ਰਹੂਗੀ ਤੇ ਸਾਫ਼ ਸੁਥਰਾ ਕੰਮ ਕਰਨ ਵਾਲੇ ਕਲੋਨਾਈਜ਼ਰ ਨੇ ਜਿਹੜੇ ਇੱਕ ਨੰਬਰ ਦਾ ਕੰਮ ਕਰ ਰਹੇ ਨੇ, ਆਥੋਰਾਈਜ਼ਡ ਕਾਲੋਨੀਆਂ ਕੱਟਣ ਵਾਲੇ ਨੇ, ਉਹਨਾਂ ਦੀਆਂ ਮੁਸ਼ਕਲਾਂ ਵੀ ਸਰਕਾਰ ਹੱਲ ਕਰੇਗੀ। ਪਰ ਅਨਆਥੋਰਾਈਜ਼ਡ ਜਿਹੜਾ ਕੰਮ ਹੁਣ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਉਹਦੇ ਉੱਪਰ ਪੂਰਨ ਤੌਰ ਦੇ ਉੱਪਰ ਪਾਬੰਦੀ ਹੈ। ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ ਜਾਂ ਐਨਓਸੀ ਨਹੀਂ ਮਿਲ ਪਾ ਰਹੀ ਸੀ, ਉਹ ਕਿਦੋਂ ਤੱਕ ਉਮੀਦ ਕਰਨ ਕਿ ਮਸਲਾ ਹੱਲ ਹੋ ਜਾਏਗਾ? ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ ਜਾਂ ਐਨਓਸੀ ਨਹੀਂ ਮਿਲ ਪਾ ਰਹੀ, ਕਿਦੋਂ ਤੱਕ ਉਮੀਦ ਕਰਨ ਕਿ ਮਸਲਾ ਹੱਲ ਹੋ ਜਾਏਗਾ? ਇਹ ਦੇਖੋ ਜਿਹੜਾ ਡਰਾਫਟ ਹੈ ਉਹ ਥੋੜੇ ਦਿਨਾਂ ਦੇ ਵਿੱਚ ਹੀ 5-7 ਦਿਨਾਂ ਦੇ ਵਿੱਚ ਹੀ ਇਹ ਡਰਾਫਟ ਤਿਆਰ ਹੋ ਜਾਏਗਾ ਔਰ ਸੀਐਮ ਸਾਹਿਬ ਦੇ ਨਾਲ ਫਿਰ ਡਿਸਕਸ ਕਰਕੇ ਇਹਨਾਂ ਦੀ ਜਿਹੜੇ ਕਲੋਨਾਈਜ਼ਰਸ ਨੇ ਉਹਨਾਂ ਨਾਲ ਵੀ ਡਿਸਕਸ਼ਨ ਅਸੀਂ ਕਰਕੇ, ਦੇਖੋ ਜਿਹੜੇ ਬੰਦੇ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਕੋਲ ਹੀ ਸਭ ਤੋਂ ਵਧੀਆ ਸੋਲੂਸ਼ਨ ਹੁੰਦਾ ਹੈ। ਹਫਤੇ 10 ਦਿਨਾਂ ਦੇ ਵਿੱਚ ਇਹ ਆਈ ਥਿੰਕ ਕਾਫੀ ਕਲੈਰਿਟੀ ਜਿਹੜੀ ਇਹਦੇ ਉੱਪਰ ਸਤਮ ਹੁੰਦੀ ਸੀ। ਅਰੋੜਾ ਸਾਹਿਬ ਜੋ ਨੋਇਡਾ ਦੇ ਵਿੱਚ ਜੋ ਟਵਿਨ ਟਾਵਰ ਦੇ ਉੱਤੇ ਜਿਸ ਤਰੀਕੇ ਨਾਲ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਨੋਇਡਾ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਬਿਲਡਿੰਗਸ ਹੈਗੀਆਂ ਜਿਹੜੀਆਂ ਅਨਆਥੋਰਾਈਜ਼ਡ ਤੇ ਬਣੀਆਂ ਹੋਈਆਂ, ਉਹਨਾਂ ਤੇ ਵੀ ਕੋਈ ਇਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਜਿਵੇਂ ਦਿੱਲੀ ਤੇ? ਦੇਖੋ ਇਸ ਤਰ੍ਹਾਂ ਕਿ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਕਿਉਂਕਿ ਮੈਂ ਤਾਂ ਖੁਦ ਆਪ ਕਹਿ ਰਿਹਾ ਕਿ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਇੱਕ ਤਰੀਕੇ ਦਾ ਇੱਕ ਲੈਂਡ ਮਾਫੀਆ ਬਣਾ ਕੇ ਜਿਹਨਾਂ ਲੀਡਰਾਂ ਦੇ ਆਪ ਦੇ ਇੰਟਰਸਟ ਪੈਦਾ ਹੋ ਗਏ, ਇਲੀਗਲ ਕਲੋਨਾਈਜੇਸ਼ਨ ਹੈ ਜਿਹੜੀ ਉਹ ਇੰਨੀ ਜ਼ਿਆਦਾ ਹੋ ਚੁੱਕੀ ਕਿ ਉਹ ਇੱਕ ਅਰਬਨ ਕੰਕਰੀਟ ਜੰਗਲ ਦੇ ਰੂਪ ਵਿੱਚ ਕਨਵਰਟ ਹੋ ਚੁੱਕਿਆ। ਹੁਣ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਗੱਠਾਂ ਉਹਨਾਂ ਨਾਲ ਹੱਥ ਨਾਲ ਪਾਈਆਂ ਨੇ, ਮੂੰਹ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਖੋਲ੍ਹਣ ਲੱਗੀ ਹੋਈ ਹੈ। ਹੁਣ ਇਹਦੇ ਉੱਪਰ ਕਿਸੇ ਡੈਮੋਲੀਸ਼ਨ ਹੁੰਦੀ ਹੈ ਨਹੀਂ ਹੁੰਦੀ ਹੈਗੀ, ਇਹ ਵੀ ਜਿਹੜੇ ਟਵਿਨ ਟਾਵਰਸ ਦੀ ਤੁਸੀਂ ਗੱਲ ਕਰਦੇ ਹੋ ਇਹ ਸੁਪਰੀਮ ਕੋਰਟ ਦੇ ਆਰਡਰ ਦੇ ਉੱਪਰ ਹੋਈ ਹੈ। ਜੇ ਕੋਈ ਇਸ ਤਰੀਕੇ ਦੀ ਕੋਈ ਹੈ ਤਾਂ ਦੇਖੋ ਸਰਕਾਰ ਦਾ ਆਪਣਾ ਇੱਕ ਲਿਮਿਟਿਡ ਮੈਂਡੇਟ ਹੁੰਦਾ ਹੈ। ਹੁਣ ਉਹਦੇ ਹਰ ਜਗ੍ਹਾ ਨਾ ਤਾਂ ਸਰਕਾਰ ਅਲਾਓ ਕਰ ਸਕਦੀ ਹੈ ਕਿ ਹਾਂ ਤੁਸੀਂ ਜਿੱਥੇ ਮਰਜ਼ੀ ਕੰਧਾਂ ਕੱਢ ਲਓ, ਜਿੱਥੇ ਮਰਜ਼ੀ ਕੰਸਟਰਕਸ਼ਨ ਕਰ ਲਓ, ਨਾ ਹੀ ਹਰ ਜਗ੍ਹਾ ਸਰਕਾਰ ਬੁਲਡੋਜ਼ਰ ਲੈ ਕੇ ਪਹੁੰਚ ਸਕਦੀ ਹੈ
ਇਹ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੁੰਦੀ ਹੈ, ਸਰਕਾਰ ਦੀ ਵੀ, ਲੋਕਾਂ ਦੀ ਵੀ, ਕੋਲੋਨਾਈਜ਼ਰਸ ਦੀ ਵੀ, ਅਧਿਕਾਰੀਆਂ ਦੀ ਵੀ, ਸਾਰੇ ਮੀਡੀਆ ਦੀ, ਸਾਰਿਆਂ ਦੀ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੈ ਕਿ ਇਹ ਹੁਣ ਤੱਕ ਜੋ ਮੈਸਅਪ ਸਿਸਟਮ ਕੀਤਾ ਇਹਨਾਂ ਨੇ ਉਹਨੂੰ ਆਪਾਂ ਹੌਲੀ ਹੌਲੀ ਦੁਰਸਤ ਕਰ ਲਈਏ, ਸਹੀ ਕਰ ਲਈਏ। ਸੋ ਇਸ ਕਰਕੇ ਸਰਕਾਰ ਉਹਦੇ ਲਈ ਅਮਰਜੀਤ ਸਿੰਘ ਸੰਦੋਆ ਦਾ ਨਾਮ ਵਿਜੀਲੈਂਸ ਦੀ ਜਾਂਚ ਦੇ ਵਿੱਚ ਜਿਸ ਤਰੀਕੇ ਨਾਲ ਆ ਰਿਹਾ ਹੈਗਾ, ਲੋਕਾਂ ਦਾ ਜਦੋਂ ਡੰਪ ਹੁੰਦਾ ਹੈ ਉਸ ਤੋਂ ਇੱਕ ਵੱਡਾ ਇਸ਼ੂ ਕ੍ਰੀਏਟ ਹੁੰਦਾ ਹੈ ਬਕਾਇਦਾ ਜਿਹੜੇ ਆਮ ਲੋਕ ਖਰੀਦ ਲੈਂਦੇ ਨੇ ਉਹਨਾਂ ਦੇ ਬਾਅਦ ਦਿੱਕਤ ਆਉਂਦੀਆਂ ਨੇ, ਉਹਨਾਂ ਵਾਸਤੇ ਕੋਈ ਕਰ ਰਹੇ ਹੋ ਤੁਸੀਂ ਵੀ? मेरी आपको हाथ जोड़ के विनती है कि मेरे कान दो जरूर है लेकिन मुंह एक है। ਅਮਰਜੀਤ ਸੰਦੋਆ ਦੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੀ सवाल दो तरफ से आ रहे हैं, मैं जवाब एक ही दे सकता हूं। ਅਮਰਜੀਤ ਸਿੰਘ ਸੰਦੋਆ ਦਾ ਨਾਮ ਵਿਜੀਲੈਂਸ ਜਾਂਚ ਦੇ ਵਿੱਚ ਜਿਹੜੀ ਗੱਡੀ ਹੈ, ਕਿਹਾ ਜਾ ਰਿਹਾ ਕਿ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਜਿਹੜੀ ਖਰੀਦੀ ਗਈ ਹੈ, ਪੇਮੈਂਟ ਵਗੈਰਾ ਤੌਰ ਤੇ ਬੈਂਕ ਖਾਤੇ ਦੇ ਵਿੱਚ ਜਿਹੜੀ ਸਾਹਮਣੇ ਆਈ। देखो इस तरह है कि अमरजीत सिंह संदोआ ਦੀ ਜਿਹੜੀ ਗੱਡੀ ਦੀ ਅੱਜ ਖਬਰ ਮੈਂ ਵੀ ਪੜ੍ਹੀ ਹੈ ਪੇਪਰ ਦੇ ਵਿੱਚ, ਉਹ ਇਹਦੇ ਬਾਰੇ ਜੇ ਕੋਈ ਇਸ ਤਰੀਕੇ ਦੇ ਫੈਕਟਸ ਹੈਗੇ ਤੇ ਭਗਵੰਤ ਮਾਨ ਜੀ ਦਾ ਬੜਾ ਸਪਸ਼ਟ ਹੈ, ਬੜਾ ਕਲੀਅਰ ਹੈ ਕਿ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ ਹੈ। ਉਹ ਕੋਈ ਚਾਹੇ ਆਪਣਾ ਤੇ ਚਾਹੇ ਬੇਗਾਨਾ ਹੈ। ਪਹਿਲਾਂ ਵੀ ਇਹ ਭਗਵੰਤ ਮਾਨ ਜੀ ਦੀ ਸਰਕਾਰ ਬੜੇ ਲਾਊਡ ਐਂਡ ਕਲੀਅਰ ਤਰੀਕੇ ਦੇ ਨਾਲ ਤੇ ਐਕਸ਼ਨ ਦੇ ਨਾਲ ਇਹ ਕਲੀਅਰ ਕਰ ਚੁੱਕੀ ਹੈ। ਜੇ ਇਸ ਤਰੀਕੇ ਦੀ ਕੋਈ ਗੱਲ ਹੋਊਗੀ ਤਾਂ ਕੋਈ ਲਿਹਾਜ਼ ਨਹੀਂ ਹੋਊਗਾ। ਅਮਰਜੀਤ ਸੰਦੋਆ ਜਾਂ ਕੋਈ ਵੀ ਵਿਅਕਤੀ ਆਪਦਾ ਪੱਖ ਉਹਦੇ 'ਚ ਰੱਖ ਸਕਦਾ, ਪਰ ਜੇ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਜੇ ਮੈਨੂੰ ਨਹੀਂ ਪਤਾ ਕਿ ਸਹੀ ਹੈ ਕਿ ਗਲਤ ਹੈ, ਮੈਂ ਕੋਈ ਇਨਵੈਸਟੀਗੇਟਿੰਗ ਆਫੀਸਰ ਥੋੜ੍ਹੀ ਹਾਂ, ਪਰ ਜੇ ਇਹ ਸਹੀ ਹੈ, ਮੈਂ ਤੁਹਾਡੀ ਗੱਲ ਵੱਡੀ ਕਰਦਾ। ਤੇ ਅਮਰਜੀਤ ਸੰਦੋਆ ਜੀ ਉਸ ਸਮੇਂ ਦੀ ਗੱਲ ਹੈ 2019 ਔਰ 20 ਦੇ ਵਿੱਚ, ਜਦੋਂ ਅਮਰਜੀਤ ਸੰਦੋਆ ਜੀ ਕਾਂਗਰਸ ਦੇ ਵਿੱਚ ਗਏ ਹੋਏ ਸੀਗੇ। ਸੋ ਕਾਂਗਰਸੀਆਂ ਦੇ ਇੰਨਾ ਕੁ ਇੰਪੈਕਟ ਅਸਰ ਤਾਂ ਉਹਨਾਂ ਤੇ ਆਈ ਜਾਣਾ ਸੀਗਾ। ਸੋ ਇਸ ਕਰਕੇ ਮੈਨੂੰ ਨਹੀਂ ਪਤਾ ਸਹੀ ਹੈ ਕਿ ਗਲਤ ਹੈ। ਇਹ ਕਾਂਗਰਸ ਦੇ ਕਲਚਰ ਦੀ ਦੇਣ ਹੈ ਵੀ ਇੱਕ ਚੰਗੇ ਭਲੇ ਬੰਦੇ ਨੂੰ, ਇੱਕ ਸਾਫ਼ ਸੁਥਰੇ ਬੰਦੇ ਨੂੰ ਵੀ ਗਲਤ ਰਾਹ ਤੇ ਚਾੜ ਦਿੰਦੀ ਹੈ। ਅਰੋੜਾ ਸਾਹਿਬ, ਹੁਣ ਮੇਰੇ ਸਾਥੀ ਨੇ ਸਵਾਲ ਪੁੱਛਿਆ ਸੀਗਾ ਵੀ ਬਹੁਤ ਸਾਰੇ ਲੋਕਾਂ ਨੇ ਉਸ ਟਾਈਮ ਜਗ੍ਹਾ ਲੈ ਲਈ ਹੈ, ਪਲਾਟ ਲੈ ਲਏ, ਹੁਣ ਐਨਓਸੀ ਰੁਕੀਆਂ ਹੋਈਆਂ, ਰਜਿਸਟਰੀਆਂ ਰੁਕੀਆਂ ਹੋਈਆਂ ਨੇ, ਉਹਨਾਂ ਦਾ ਕੀ ਹੋਏਗਾ? ਕਿ ਉਹਨਾਂ ਤੋਂ ਫਿਰ ਤੁਸੀਂ ਖਾਲੀ ਕਰਾਓਗੇ? ਉਹਨਾਂ ਦਾ ਕੀ ਦੋਸ਼ ਹੈ? ਦੇਖੋ ਇਸ ਤਰ੍ਹਾਂ ਹੈ, ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ, ਪਰ ਜਿਹੜੇ ਲੋਕਾਂ ਨੇ ਗਲਤ ਕੰਸਟਰਕਸ਼ਨਾਂ ਕੀਤੀਆਂ ਨੇ, ਇਲੀਗਲ ਕਾਲੋਨੀਜ਼ ਕੱਟੀਆਂ ਨੇ, ਚਾਹੇ ਉਹ 'ਚ ਕੋਈ ਬਿਲਡਰ ਇਨਵੋਲਡ ਹੈ, ਚਾਹੇ ਉਹ 'ਚ ਕੋਈ ਅਫਸਰ ਇਨਵੋਲਡ ਹੈ, ਚਾਹੇ ਉਹ 'ਚ ਕੋਈ ਪੋਲੀਟੀਕਲ ਬੰਦਾ ਇਨਵੋਲਡ ਹੈ, ਆਫਟਰ ਆਲ ਕਿਸੇ ਨਾ ਕਿਸੇ ਦੀ ਅਕਾਊਂਟੇਬਿਲਿਟੀ ਤਾਂ ਬਣਦੀ ਹੈ ਨਾ ਜੀ। ਕਿਸੇ ਨਾ ਕਿਸੇ ਦੀ ਅਕਾਊਂਟੇਬਿਲਿਟੀ ਤਾਂ ਫਿਕਸ ਕਰਨੀ ਪਊਗੀ ਜੀ। ਖਾਲੀ ਕਰਾਵਾਂਗੇ ਨਹੀਂ ਕਰਾਵਾਂਗੇ, ਦੇਖੋ ਇਹ ਚੀਜ਼ਾਂ ਇੰਪ੍ਰੈਕਟੀਕਲ ਹੁੰਦੀਆਂ ਨੇ, ਇਹ ਚੀਜ਼ਾਂ ਹਾਈਪੋਥੈਟੀਕਲ ਹੁੰਦੀਆਂ ਨੇ। ਮੈਂ ਤਾਂ ਇਹ ਕਹਿਣਾ ਵੀ ਇੱਕ ਸਿਸਟਮ ਜਿਹੜਾ ਗੰਧਲਾ ਹੋ ਚੁੱਕਿਆ ਉਹਨੂੰ ਹੀ ਦੁਰਸਤ ਕਰ ਲਈ, ਇਹੀ ਬਹੁਤ ਵੱਡੀ ਗੱਲ ਹੋਊਗੀ। ਅਮਨ ਜੀ, ਲੀਡਰਾਂ ਦੇ ਖਿਲਾਫ ਕਾਰਵਾਈ ਬਹੁਤ ਹੁੰਦੀ ਨਜ਼ਰ ਆਉਂਦੀ ਹੈ, ਪਰ ਨਾ ਲੋਕਾਂ ਦੇ ਜੱਦੀ ਪੁਸ਼ਤੀ ਮਕਾਨ ਨੇ ਜਿਹੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਲਾਲ ਲਕੀਰ ਦੇ ਅੰਦਰ ਨੇ, ਉਹਨਾਂ ਦੀਆਂ ਵੀ ਜਿਹੜੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਨੇ, ਉਸ ਦੇ ਲਈ ਕੋਈ ਮੈਡਮ ਸਮਝੋ ਗੱਲ ਨੂੰ, ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਰਜਿਸਟਰੀਆਂ ਨੇ ਜਿਹੜੀਆਂ ਇਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਹੀਂ ਰੋਕੀਆਂ। ਇਹ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਜਿਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਪਾਪਰਾ ਐਕਟ 1995 ਦਾ ਬਣਾ ਰੱਖਿਆ ਹੈ, ਦੂਸਰੇ ਪਾਸੇ ਤੁਸੀਂ ਹਰ 2 ਸਾਲ 3 ਸਾਲ ਬਾਅਦ ਜਦੋਂ ਨੋਟਾਂ ਦੀ ਤੇ ਵੋਟਾਂ ਦੀ ਪੁਰਾਣੇ ਸਮੇਂ ਦੀਆਂ ਸਰਕਾਰਾਂ ਨੂੰ ਤੇ ਲੀਡਰਾਂ ਨੂੰ ਲੋੜ ਹੁੰਦੀ ਸੀਗੀ, ਉਦੋਂ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੇ ਸੀਗੇ ਤੇ ਜਿੰਨੀਆਂ ਇਲੀਗਲ ਕੰਸਟਰਕਸ਼ਨਾਂ ਹੁੰਦੀਆਂ ਸੀਗੀਆਂ ਉਹ ਸਾਰਿਆਂ ਨੂੰ ਤੁਸੀਂ ਰੈਗੂਲਰਾਈਜ਼ ਕਰ ਦਿੰਦੇ ਸੀਗੇ। ਕੋਰਟ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਕਾਨੂੰਨ ਬਣਾ ਰੱਖਿਆ ਤੇ ਦੂਜੇ ਪਾਸੇ ਤੁਸੀਂ ਰੈਗੂਲਰਾਈਜੇਸ਼ਨ ਦੇ ਨਾਂ ਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹੋ। ਉਸ ਚੱਕਰ ਦੇ ਵਿੱਚ ਪੰਜਾਬ ਸਰਕਾਰ ਦੇ 2 ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬਾਨ ਨੇ, ਉਹਨਾਂ ਨੂੰ ਐਫੀਡੇਵਿਟ ਦੇਣਾ ਪਿਆ ਕਿ ਅਸੀਂ ਇਹ ਇਲੀਗਲ ਕੰਸਟਰਕਸ਼ਨ ਨਹੀਂ ਅਲਾਉ ਕਰਾਂਗੇ, ਜਿਹਦੀ ਵਜ੍ਹਾ ਕਰਕੇ ਕੰਮ ਰੁਕਿਆ ਪਿਆ। ਹੁਣ ਉਹ ਜਿਹੜਾ ਰੁਕ ਗਿਆ, ਜਿਹੜੀ ਗੱਠ ਪੈਗੀ, ਉਹਨੂੰ ਖੋਲ੍ਹਣ ਦੇ ਵਿੱਚ ਸਰਕਾਰ ਪੂਰਾ ਸਵੇਰ ਤੋਂ ਸ਼ਾਮ ਤੱਕ ਲੱਗੀ ਹੋਈ ਹੈ। ਅਸੀਂ ਮੱਥਾ ਪਿੱਛੇ ਜਿਹੜੀ ਕਰ ਰਹੇ ਹਾਂ, ਹਰੇਕ ਸਟੇਕ ਹੋਲਡਰ ਦੇ ਨਾਲ ਗੱਲਬਾਤ ਕਰ ਰਹੇ ਹਾਂ, ਉਹ ਗੱਠ ਨੂੰ ਖੋਲ੍ਹਣ ਦੇ ਵਿੱਚ ਥੋੜਾ ਸਮਾਂ ਲੱਗੂਗਾ। ਠੀਕ ਹੈ ਸਰ, ਥੈਂਕ ਯੂ। ਤੁਹਾਡੀ ਇਮਤਿਆਜ਼ ਅਲੀ ਦੇ ਨਾਲ ਮੁਲਾਕਾਤ ਤਾਂ ਅਮਨ ਅਰੋੜਾ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਜਿਸਟਰੀਆਂ ਜਲਦ ਸ਼ੁਰੂ ਹੋਣਗੀਆਂ। ਰੈਵਨਿਊ ਡਿਪਾਰਟਮੈਂਟ ਦੀ ਅਹਿਮ ਮੀਟਿੰਗ ਹੋਈ ਹੈ, ਜਲਦ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਏਗਾ। ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਰਜਿਸਟਰੀਆਂ ਦਾ ਕੰਮ ਠੱਪ ਹੋਇਆ ਸੀ, ਜੋ ਜਲਦ ਸ਼ੁਰੂ ਹੋਏਗਾ। ਨਾਲ ਹੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਦੇ ਵਿੱਚ 14,000 ਨਜਾਇਜ਼ ਕਲੋਨੀਆਂ ਨੇ, ਕਈ ਨਜਾਇਜ਼ ਕਲੋਨੀਆਂ ਦੇ ਵਿੱਚ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ। ਜਲਦ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਏਗਾ। ਨਾਲ ਹੀ ਉਹਨਾਂ ਨੇ ਕਾਂਗਰਸ ਦੇ ਉੱਤੇ ਵੀ ਨਿਸ਼ਾਨੇ ਸਾਧੇ ਨੇ। ਅਮਨ ਅਰੋੜਾ ਨੇ ਅਮਰਜੀਤ ਸੰਦੋਆ ਦੇ ਮਾਮਲੇ ਦੇ ਵਿੱਚ ਵੀ ਬਿਆਨ ਦਿੱਤਾ, ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੇ ਸਾਫ਼ ਕੀਤਾ ਹੋਇਆ ਪਹਿਲਾਂ ਹੀ ਕਿ ਭਾਵੇਂ ਕੋਈ ਆਪਣਾ ਹੋਵੇ ਜਾਂ ਭਾਵੇਂ ਕੋਈ ਵਿਰੋਧੀ ਧਿਰ ਦਾ ਹੋਵੇ, ਭ੍ਰਿਸ਼ਟਾਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੈ। ਤੇ ਜੇ
ਇਹ ਸਾਰੀਆਂ ਚੀਜ਼ਾਂ ਸੱਚ ਨੇ ਤਾਂ ਉਸੇ ਤਰੀਕੇ ਨਾਲ ਕਾਰਵਾਈ ਹੋਏਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਮਰਜੀਤ ਸੰਦੋਆ ਜਿਸ ਸਮੇਂ ਕਾਂਗਰਸ ਦੇ ਵਿੱਚ ਸੀ, ਹੋ ਸਕਦਾ ਕਾਂਗਰਸ ਦਾ ਉਹਨਾਂ ਤੇ ਅਸਰ ਪਿਆ ਹੋਵੇ ਅਗਰ ਇਹ ਇਲਜ਼ਾਮ ਸੱਚ ਨੇ ਤਾਂ ਅਮਨ ਅਰੋੜਾ ਕੈਬਨਿਟ ਮੰਤਰੀ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ। ਸੋ ਇਸ ਕਰਕੇ ਉਹਨੂੰ ਕਿਵੇਂ ਪ੍ਰਮੋਟ ਕੀਤਾ ਜਾ ਸਕਦਾ ਪੰਜਾਬ ਨੂੰ, ਜਿਹਦੇ 'ਚ ਐਮਪਲੋਇਮੈਂਟ ਜਨਰੇਸ਼ਨ ਵੀ ਹੋਣੀ ਹੈ, ਰੈਵਨਿਊ ਜਨਰੇਸ਼ਨ ਵੀ ਹੋਣਾ ਹੈ, ਉਹਦੇ ਬਾਰੇ ਡਿਸਕਸ਼ਨ ਜਿਹੜੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਡਿਸਕਸ਼ਨ ਜਿਹੜੀਆਂ ਉਹ ਸੀਐਮ ਸਾਹਿਬ ਦੇ ਨਾਲ ਵੀ ਹੋਣਗੀਆਂ। ਪੰਜਾਬ ਦਾ ਖੇਡ ਮੇਲਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਗੱਲ ਹੋਈ ਸੀਗੀ ਕਿ ਵਿਧਾਇਕ ਨੇ ਜਿਹੜੇ ਉਹ ਵੀ ਹਿੱਸਾ ਲੈ ਸਕਦੇ ਨੇ, ਤੁਸੀਂ ਕਿਹੜੇ ਖੇਡ 'ਚ ਨਜ਼ਰ ਆਉਣ ਵਾਲੇ ਹੋ? ਜਿੱਥੇ ਖੇਡਣ ਨੂੰ ਕਿਹਾ ਜਾਊਗਾ ਉੱਥੇ ਖੇਡ ਲਾਂਗੇ। ਸਿਆਸਤ ਖੇਡ ਰਹੇ ਅਮਨ ਅਰੋੜਾ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ। ਰੈਵਨਿਊ ਡਿਪਾਰਟਮੈਂਟ ਦੀ ਅਹਿਮ ਮੀਟਿੰਗ ਹੋਈ ਹੈ ਤੇ ਹੁਣ ਜਲਦ ਰਜਿਸਟਰੀਆਂ ਸ਼ੁਰੂ ਹੋਣਗੀਆਂ, ਜਲਦ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਏਗਾ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਰਜਿਸਟਰੀਆਂ ਦਾ ਕੰਮ ਠੱਪ ਹੋ ਗਿਆ ਸੀ ਤੇ ਹੁਣ ਦੁਬਾਰਾ ਜਲਦ ਰਜਿਸਟਰੀਆਂ ਸ਼ੁਰੂ ਹੋਣਗੀਆਂ।